हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਨਾਮ ਸਟੱਡੀ ਟਿਪਸ ਤੇ 11ਵੀਂ ਜਮਾਤ ਦਾ ਤੁਹਾਡਾ ਜਿਹੜਾ ਜਨਰਲ ਇੰਗਲਿਸ਼ ਦਾ ਨਵੰਬਰ ਦਸੰਬਰ 2023 ਦਾ ਐਗਜ਼ਾਮ ਹੋਣਾ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਫੁੱਲ ਸੋਲਵਡ ਇੰਪੋਰਟੈਂਟ ਕੁਐਸਚਨ ਵਾਲਾ ਦੋਸਤੋ ਸੈਂਪਲ ਪੇਪਰ ਕਰਵਾਵਾਂਗੇ ਅਤੇ ਪੇਪਰ ਤੁਹਾਡਾ 20 ਨੰਬਰਾਂ ਦਾ ਆਵੇਗਾ। ਤੁਹਾਡੇ ਪੀਰੀਅਡ 'ਚ ਇਹ ਪੇਪਰ ਲਿਆ ਜਾਵੇਗਾ, 40 ਮਿੰਟ ਦਾ ਤੁਹਾਡਾ ਪੀਰੀਅਡ ਹੁੰਦਾ ਜਾਂ ਫਿਰ 1 ਘੰਟੇ ਦਾ ਟਾਈਮ ਸਮਝ ਲਓ। ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵਾਰ ਹੋ ਰਹੇ ਨੇ ਦੋਸਤੋ ਡੇਟ ਸ਼ੀਟ ਤੁਹਾਡੇ ਸਕੂਲਾਂ 'ਚ ਬਣਾਈ ਜਾਵੇਗੀ। 20 ਨੰਬਰਾਂ ਦੇ ਹੋ ਰਹੇ ਨੇ ਸਾਰੇ ਪੇਪਰ ਅਤੇ ਨੈਕਸਟ ਪੇਪਰ ਤੁਹਾਡਾ ਕਿਹੜਾ ਉਹ ਵੀ ਕਮੈਂਟ ਕਰ ਦਿਓ, ਜਲਦੀ ਲੈ ਕੇ ਹਾਜ਼ਰ ਹੋ ਜਾਵਾਂਗੇ। ਅਤੇ ਚੈਨਲ 'ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਵੀ ਔਨ ਕਰ ਦਿਓ ਤਾਂ ਕਿ ਇੱਦਾਂ ਦੀਆਂ ਲੇਟੈਸਟ ਅਪਡੇਟਸ ਅਤੇ ਪੇਪਰ ਦੀ ਰਿਵੀਜ਼ਨ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਇਆ ਕਰਨ। ਹਾਂਜੀ ਦੋਸਤੋ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਸੈਕਸ਼ਨ ਏ ਆ ਜਾਂਦਾ ਆਪਣੇ ਲਵੇ। ਪਹਿਲਾ ਪ੍ਰਸ਼ਨ ਹੈ ਆਬਜੈਕਟਿਵ ਟਾਈਪ ਆਫ ਕੁਐਸਚਨਸ, ਯਾਨੀ ਕਿ ਦੋਸਤੋ 1 ਨੰਬਰਾਂ ਵਾਲੇ ਕੁਐਸਚਨਸ ਆਉਣਗੇ ਤੁਹਾਨੂੰ। ਸਭ ਤੋਂ ਪਹਿਲਾਂ ਡੈਸ਼ ਆਰ ਦਾ ਡੇਂਜਰਸ ਆਫ ਗਲੋਬਲਾਈਜੇਸ਼ਨ, ਕਿਹੜੇ ਡੇਂਜਰ ਨੇ ਦੋਸਤੋ ਗਲੋਬਲਾਈਜੇਸ਼ਨ ਦੇ। ਕ੍ਰਾਈਮਸ ਐਂਡ ਡਰੱਗਸ। What is the poet glad about? ਇਹਦਾ ਆਨਸਰ ਹੈ the poet is glad that he is neither an athlete or not player nor is any of them like him। ठीक है, ਇਸ ਤੋਂ ਅੱਗੇ थर्ड क्वेश्चन है why does he call his spirit bashful? ਇਹਦਾ ਆਨਸਰ ਹੈ the poet calls his spirit bashful because he feels shy for taking part in any game। ਇਸ ਤੋਂ ਅੱਗੇ ਅਗਲਾ ਕੁਐਸਚਨ ਹੈ what is the meaning of globalization? ਇਹਦਾ ਆਨਸਰ ਹੈ the coming together of different cultures and economic system around the world is called globalization। ਪੰਜਵਾਂ ਕੁਐਸਚਨ ਹੈ ਡੈਸ਼ ਕਮਸ ਟੂ ਜੁਆਇਨ ਇੰਡੀਅਨ ਆਰਮੀ, ਕੌਣ ਆਏ ਸੀ ਦੋਸਤੋ ਇੰਡੀਅਨ ਆਰਮੀ ਜੁਆਇਨ ਕਰਨ ਵਾਸਤੇ? ਵਿਕਰਮ ਬਾਤਰਾ। ਅਤੇ ਜੇਕਰ ਤੁਹਾਨੂੰ ਦੋਸਤੋ ਇਹਦਾ PDF ਚਾਹੀਦਾ ਹੋਇਆ ਤਾਂ ਆਪਾਂ ਨੂੰ ਟੈਲੀਗ੍ਰਾਮ 'ਤੇ ਜੁਆਇਨ ਕਰ ਲਿਓ, WhatsApp ਚੈਨਲ 'ਤੇ ਵੀ ਆਪਣੇ ਜੁਆਇਨ ਕਰ ਲਿਓ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਉੱਥੇ ਤੁਹਾਨੂੰ ਇਸਦਾ PDF ਵੀ ਪ੍ਰੋਵਾਈਡ ਕਰ ਦਾਂਗੇ ਆਪਾਂ ਤੁਹਾਡੀ ਤਿਆਰੀ ਲਈ। ਇਸ ਤੋਂ ਅੱਗੇ ਸੈਕਸ਼ਨ 2 ਆ ਗਿਆ ਆਪਣੇ ਲਵੇ, ਆਨਸਰ ਹੈ ਨਹੀਂ 2 ਕੁਐਸਚਨਸ। ਪਹਿਲਾ ਕੁਐਸਚਨ ਹੈ ਵਟ ਵਾਜ਼ ਦਾ ਇਫੈਕਟ ਆਫ ਕੈਪਚਰ ਆਫ ਪੁਆਇੰਟ 5140 ਡਿਊਰਿੰਗ ਦਾ ਕਾਰਗਿਲ ਵਾਰ। ਇਹਦਾ ਆਨਸਰ ਹੈ ਦਾ ਕੈਪਚਰ ਆਫ ਪੁਆਇੰਟ 5140 ਸੈਟ ਇਨ ਮੋਸ਼ਨ ਆਫ ਸਟਰਿੰਗ ਆਫ ਸਕਸੈਸ ਸਚ ਐਜ਼ ਪੁਆਇੰਟ 5100 ਪੁਆਇੰਟ 4700 ਜੰਕਸ਼ਨ ਪੀਕ ਐਂਡ 3 ਪਿੰਪਲਸ। ਸੈਕਿੰਡ ਕੁਐਸਚਨ ਹੈ ਦੋਸਤੋ what are the benefits of globalization? ਇਹਦਾ ਆਨਸਰ ਹੈ the benefits of globalization are faster growth, higher living standards and new opportunities। third question ਹੈ why did Hughie think that Trevor's model was an amazing one? ਇਹਦਾ ਆਨਸਰ ਹੈ Trevor's model was an old man with wrinkled face, torn cloak, thick boots, rough sticks and worn out hat for arms made him a perfect model। Hughie called him an amazing model। ਇਸ ਤੋਂ ਅੱਗੇ ਸੈਕਸ਼ਨ 3 ਆ ਗਿਆ ਪਹਿਲਾਂ ਵੀ ਦੋਸਤੋ, ਆਨਸਰ ਹੈ ਨਹੀਂ 1 ਕੁਐਸਚਨ। ਇਸ ਵਿੱਚ ਤੁਹਾਨੂੰ ਸੈਂਟਰਲ ਆਈਡੀਆ ਆ ਗਿਆ ਅਤੇ ਸੈਂਟੈਂਜਾ ਆ ਜੂਗਾ ਸ਼ਾਇਦ। ਸੈਂਟਰਲ ਆਈਡੀਆ ਹੈਗਾ ਦੋਸਤੋ ਕਨਫੈਸ਼ਨ ਆਫ ਬੋਰਨ ਸਪੈਕਟੇਟਰ। ਠੀਕ ਹੈ, ਇਹ ਵੈਰੀ ਇੰਪੋਰਟੈਂਟ ਹੈ ਜੀ, ਤੁਹਾਡੇ ਪੇਪਰ 'ਚ ਆ ਕੇ ਉਸ ਮਿੰਟ 'ਚ ਕਰ ਦੂੰਗਾ, ਇਹਨੂੰ ਯਾਦ ਕਰ ਲਿਓ ਨਾਲ ਦੀ ਨਾਲ। ਇਨ ਦ ਪੋਇਮ ਕਨਫੈਸ਼ਨ ਆਫ ਅ ਬੋਰਨ ਸਪੈਕਟੇਟਰ ਦ ਪੋਇਟ ਕਾਲਸ ਹਿਮਸੈਲਫ ਅ ਬੋਰਨ ਸਪੈਕਟੇਟਰ। ਹੀ makes fun of athletics but the fun is light hearted। He loves to watch the players in different contest but he never thinks of taking to sports himself। He does not want to have his bones broken and his body injured। He is content with being a spectator that you are not, I am not you। ठीक है, ਇਸ ਤੋਂ ਅੱਗੇ ਜਾਂ ਫਿਰ ਆਪਸ਼ਨ ਵਿੱਚ ਤੁਹਾਨੂੰ ਇਹ ਆ ਗਿਆ ਸੈਂਟੈਂਜਾ ਆ ਗਿਆ। ਠੀਕ ਹੈ, ਇਸ ਵਿੱਚ ਕੁਐਸਚਨ ਪੁੱਛਿਆ ਇਹਨਾਂ ਨੇ ਗਿਵ ਦ ਨੇਮ ਆਫ ਦ ਪੋਇਮ ਐਂਡ ਪੋਇਟ। ਦ ਨੇਮ ਆਫ ਦ ਪੋਇਟ ਇਜ਼ ਔਗਡਨ ਨਾਸ਼ ਐਂਡ ਦ ਨੇਮ ਆਫ ਦ ਪੋਇਮ ਇਜ਼ ਕਨਫੈਸ਼ਨ ਆਫ ਅ ਬੋਰਨ ਸਪੈਕਟੇਟਰਸ। ਸੈਕਿੰਡ ਕੁਐਸਚਨ ਹੈ what is the speaker prepared to do? The speaker is prepared to drink to the health of athlete। He is prepared to eat with them। third question है what is he not prepared to do? He is not prepared to complete with the athletes। ਇਸ ਤੋਂ ਅੱਗੇ ਅਗਲਾ ਕੁਐਸਚਨ ਹੈ give the rhyme scheme of given sentence। ਇਹਦਾ ਆਪਣੇ ਲਈ ਆਨਸਰ ਇਹ ਹੈਗਾ 3 ਵਾਰ A B B A। ਠੀਕ ਹੈ,
इस तो अगे सैक्शन 4 आ गया अपने लवे डू एज अ डायरैक्ट। अपने लवे ट्रांसलेशन आ गई दोस्तों। ये आप किमें करनी है तुसीं देख सकते हो, सौखी है। पहला पंजाबी दे रखे इन्होंने, उसने अपना फर्ज निभाया। ये आप इंग्लिश च लिखांगे ही हैज़ डन हिज ड्यूटी। शी विल हैव बीन राइटिंग द नोवल सिंस मंडे। वो सोमवार तो नावल लिख रही है। इस तो सैक्शन 5वां आ गया अपने लवे दोस्तों। इस विच तुहानूं क्वेश्चन पूछे इन्होंने, एक्सप्लेन द सिग्निफिकेंस ऑफ द टाइटल ऑफ द लैसन द अर्थ इज़ नॉट आर्स। ਇਹਦਾ ਆਪਾਂ ਕਰਦੇ ਹਾਂ ਦੋਸਤੋ। द टाइटल द अर्थ इज़ नॉट आर्स मीन्स दैट इट इज़ नॉट अ पर्सनल प्रॉपर्टी ऑफ एनी वन। We hold in trust for the coming generations. We have no right to exploit it. We are robbing future generations of their share of natural resources to play for our unsustainable practices. We should remember that the earth is not ours. We should take steps to save the earth. Thus the title sounds a note of warning। ठीक है। ਜਾਂ ਫਿਰ ਆਪਸ਼ਨ ਵਿੱਚ ਤੁਹਾਨੂੰ ਇਹ ਆ ਗਿਆ, what impressions do you form of ਹਿਊਗੀ ਕਰੈਕਟਰ। ਇਹਦਾ ਮਤਲਬ ਦੋਸਤੋ ਆਨਸਰ ਹੈਗਾ ਹਿਊਗੀ अपना इर्स किने was a handsome young man. He had brown hair and grey eyes. He had a charming personality. He was popular with men as well as with women. He was impractical and was not successful in making money. He living in property on £200 a year, which is received from an old aunt. Hughie had a romantic temperament. He loved Laura Merton। ठीक है। The daughter of a retired colonel had liking for Hughie, but he had a condition that he could not marry off his daughter to him unless he got $10,000 of his own. Although he was poor, yet he was kind-hearted. Once he saw a poor beggar in his friend's studio playing या फिर pitying him। ठीक है। he gave him all the money he had। in fact the beggar was a multi-millionaire। he sent Hughie ठीक है 10,000 to enable him to marry his beloved। he proved to be a steadfast lover। इस तरह दोस्तों इंपॉर्टेंट क्वेश्चन वाला सैंपल पेपर ਤੁਹਾਡਾ ਕੰਪਲੀਟ ਹੋ ਜਾਂਦਾ ਹੈ। ਜੇਕਰ ਚੈਨਲ 'ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰ ਦਿਓ ਅਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਸਾਰਿਆਂ ਨੂੰ ਵਧੀਆ ਰਿਵੀਜ਼ਨ ਹੋ ਜਾਵੇ। ਅਤੇ ਟੈਲੀਗ੍ਰਾਮ 'ਤੇ ਜੁਆਇਨ ਕਰ ਲਿਓ, ਵਟਸਐਪ ਚੈਨਲ 'ਤੇ ਵੀ ਜੁਆਇਨ ਕਰ ਲਿਓ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅਤੇ ਨੈਕਸਟ ਪੇਪਰ ਤੁਹਾਡਾ ਕਿਹੜਾ ਕਮੈਂਟ ਕਰ ਦੇਣਾ। ਧੰਨਵਾਦ।